ਅੱਜ ਆਓ ਅਸੀਂ ਪਹਿਲੇ ਚਰਚ ਦਾ ਵਿਸ਼ਵਾਸ ਇਸ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਈਸਾਈ ਧਰਮ ਦੇ ਇਤਿਹਾਸ ਦੇ ਹਰ ਹਿੱਸੇ ਵਿੱਚ ਉਸ ਸਮੇਂ ਦੀ ਮਿਆਦ ਜਿਸ ਵਿੱਚ ਲੋਕਾਂ ਨੂੰ ਸਭ ਤੋਂ ਮਿਸਾਲੀ ਅਤੇ ਇਮਾਨਦਾਰ ਵਿਸ਼ਵਾਸ ਸੀ, ਪਹਿਲੇ ਚਰਚ ਦੇ ਸਮੇਂ ਦੇ ਦੌਰਾਨ ਸੀ। ਫਿਰ ਉਹ ਮਾਨਸਿਕਤਾ, ਵਿਸ਼ਵਾਸ ਅਤੇ ਸਿੱਖਿਆਵਾਂ ਕੀ ਸੀ ਜੋ ਪਹਿਲੇ ਚਰਚ ਵਿੱਚ ਪਾਈਆਂ ਜਾ ਸਕਦੀਆਂ ਹਨ, ਅਤੇ ਅਸੀਂ ਉਹਨਾਂ ਦੇ ਵਿਸ਼ਵਾਸ ਤੋਂ ਕੀ ਸਿੱਖ ਸਕਦੇ ਹਨ। ਅੱਜ ਆਓ ਅਸੀਂ ਬਾਈਬਲ ਦੇ ਜ਼ਰੀਏ ਇਹਨਾਂ ਜਵਾਬਾਂ ਦਾ ਉੱਤਰ ਪਾਉਣ ਲਈ ਕੁਝ ਸਮਾਂ ਲਈਏ। ਪਹਿਲੇ ਚਰਚ ਦੇ ਵਿਸ਼ਵਾਸ ਵਿੱਚ ਸਭ ਤੋਂ ਖਾਸ ਕਾਰਕ ਇਹ ਸੀ ਕਿ ਉਹ ਸਰੀਰ ਵਿੱਚ ਆਏ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਸੀ। ਇਹ ਉਹਨਾਂ ਦੇ ਵਿਸ਼ਵਾਸ ਦਾ ਮੂਲ ਸੀ। ਜੇਕਰ ਅਸੀਂ ਉਹਨਾਂ ਦੇ ਵਿਸ਼ਵਾਸ ਨੂੰ ਸਿਰਫ ਇੱਕ ਸਿੱਖਿਆ ਵਿੱਚ ਹੀ ਜੋੜੀਏ, ਫਿਰ ਕੀ ਇਹ ਸਰੀਰ ਵਿੱਚ ਆਏ ਸਿਰਫ ਸ਼ਕਤੀਮਾਨ ਪਰਮੇਸ਼ਵਰ ਦੇ ਪ੍ਰਗਟ ਹੋਣ ਦਾ ਵਿਸ਼ਵਾਸ ਨਹੀਂ ਹੋਵੇਗਾ? ਇਸ ਵਿਸ਼ਵਾਸ ਕਰਕੇ ਯਹੂਦੀ ਧਰਮ ਦਾ ਪਾਲਣ ਕਰਨ ਵਾਲਿਆਂ ਨੇ ਪਹਿਲੇ ਚਰਚ ਨੂੰ ਬਹੁਤ ਗਲਤ ਸਮਝਿਆ ਸੀ। ਕਈ ਵਾਰ ਪਹਿਲੇ ਚਰਚ ਦੇ ਮੈਂਬਰਾਂ ਨੂੰ ਨਾਸਰੀਆਂ ਦੇ ਪੰਥ ਦੇ ਰੂਪ ਵਿੱਚ ਗਲਤ ਤਰੀਕੇ ਨਾਲ ਕਿਹਾ ਜਾਂਦਾ ਸੀ। ਯੀਸ਼ੂ ਦੇ ਸੰਬੰਧ ਵਿੱਚ ਫਰੀਸੀਆਂ ਅਤੇ ਗ੍ਰੰਥੀਆਂ ਨੇ ਸਿੱਧਾ ਉਹਨਾਂ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ, ਕਿਵੇਂ ਤੂੰ ਸਿਰਫ ਇੱਕ ਮਾਮੂਲੀ ਜਿਹਾ ਵਿਅਕਤੀ ਪਰਮੇਸ਼ਵਰ ਹੋਣ ਦਾ ਦਾਅਵਾ ਕਰ ਸਕਦਾ ਹੈ? ਫਿਰ ਪਰਮੇਸ਼ਵਰ ਇਸ ਮਾਮਲੇ ਨੂੰ ਕਿਵੇਂ ਦੇਖਦੇ ਹਨ? ਕੀ ਪਰਮੇਸ਼ਵਰ ਨੂੰ ਧਰਤੀ ਉੱਤੇ ਸਰੀਰ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੈ? ਇਸ ਗੱਲ ਪ੍ਰਤੀ ਕਿ ਪਰਮੇਸ਼ਵਰ ਸਰੀਰ ਵਿੱਚ ਆਉਂਦੇ ਹਨ, ਪਹਿਲੇ ਚਰਚ ਦੇ ਸੰਤਾਂ ਦਾ ਕਿਸ ਤਰ੍ਹਾਂ ਦਾ ਵਿਸ਼ਵਾਸ ਸੀ? ਆਓ ਅਸੀਂ ਪਹਿਲਾ ਯਹੂਨਾ ਅਧਿਆਇ 4 ਉੱਤੇ ਜਾਈਏ। ਆਓ ਪਹਿਲਾ ਯਹੂਨਾ ਅਧਿਆਇ 4 ਵਚਨ 1 ਉੱਤੇ ਜਾਈਏ। हे ਪਿਆਰੋ, ਹਰੇਕ ਆਤਮਾ ਦੀ ਪ੍ਰਤੀਤ ਨਾ ਕਰ ਲਓ, ਸਗੋਂ ਆਤਮੀਆਂ ਨੂੰ ਪਰਖੋ ਭਈ ਉਹ ਪਰਮੇਸ਼ਵਰ ਤੋਂ ਹਨ ਕਿ ਨਹੀਂ, ਕਿਉਂ ਜੋ ਬਾਲੇ ਝੂਠੇ ਨਬੀ ਸੰਸਾਰ ਵਿੱਚ ਨਿਕਲ ਆਏ ਹਨ। ਇਸ ਤੋਂ ਤੁਸੀਂ ਪਰਮੇਸ਼ਵਰ ਦੀ ਆਤਮਾ ਨੂੰ ਜਾਣ ਲਓ। ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਕਿ ਭਾਈ ਯੀਸ਼ੂ ਮਸੀਹ ਉਹ ਕਿਵੇਂ ਆਇਆ, ਉਹ ਦੇਹਧਾਰੀ ਹੋ ਕੇ ਆਇਆ, ਸੋ ਪਰਮੇਸ਼ਵਰ ਤੋਂ ਹੈ। ਅਤੇ ਹਰੇਕ ਆਤਮਾ ਜਿਹੜਾ ਯੀਸ਼ੂ ਨੂੰ ਨਹੀਂ ਮੰਨਦਾ, ਸੋ ਪਰਮੇਸ਼ਵਰ ਤੋਂ ਨਹੀਂ, ਅਤੇ ਇਹੋ ਮਸੀਹ ਦੇ ਵਿਰੋਧੀ ਦਾ ਉਹ ਆਤਮਾ ਹੈ। ਪਹਿਲੇ ਚਰਚ ਦੇ ਵਿਸ਼ਵਾਸ ਦੀ ਨੀਂਹ ਦਾ ਮਹੱਤਵਪੂਰਨ ਅੰਗ ਧਰਤੀ ਉੱਤੇ ਸਰੀਰ ਵਿੱਚ ਆਏ ਪਰਮੇਸ਼ਵਰ ਨੂੰ ਜਾਣਨਾ ਸੀ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਈਸਾਈ ਉਹ ਧਰਮ ਹੈ ਜੋ ਸਰੀਰ ਵਿੱਚ ਆਏ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦਾ ਹੈ। ਹਾਲਾਂਕਿ ਅੱਜ ਕੱਲ੍ਹ ਇਸ ਯੁੱਗ ਵਿੱਚ ਈਸਾਈ ਧਰਮ ਬਹੁਤ ਵਿੰਗਾ ਟੇਢਾ ਹੋ ਗਿਆ ਹੈ। ਇਹ ਵਿਅੰਗਾਤਮਕ ਹੈ ਕਿ ਇੰਨੇ ਸਾਰੇ ਚਰਚ ਸਾਨੂੰ ਬਿਨਾਂ ਕਿਸੇ ਕਾਰਨ ਦੇ ਅਸਵੀਕਾਰ ਕਰਦੇ ਹਨ। ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਕਿ ਪਰਮੇਸ਼ਵਰ ਸਰੀਰ ਵਿੱਚ ਆ ਗਏ ਹਨ, ਅਸੀਂ ਇਸ ਤਰ੍ਹਾਂ ਬੇਤੁਕੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਾਂ। ਜਦੋਂ ਅਸੀਂ ਵਚਨ 2 ਨੂੰ ਦੁਬਾਰਾ ਦੇਖਦੇ ਹਾਂ, ਇਹ ਲਿਖਿਆ ਗਿਆ ਹੈ ਯੀਸ਼ੂ ਮਸੀਹ ਦੇਹਧਾਰੀ ਹੋ ਕੇ ਆਇਆ। ਇਹ ਨਹੀਂ ਲਿਖਿਆ ਕਿ ਮਸੀਹ ਆਤਮਾ ਵਿੱਚ ਆਇਆ, ਪਰ ਲਿਖਿਆ ਹੈ ਕਿ ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਭਾਈ ਯੀਸ਼ੂ ਮਸੀਹ ਦੇਹਧਾਰੀ ਹੋ ਕੇ ਆਇਆ, ਸੋ ਪਰਮੇਸ਼ਵਰ ਤੋਂ ਹੈ। ਇਹ ਸੀ ਜੋ ਪਹਿਲੇ ਚਰਚ ਦੇ ਸੰਤਾਂ ਨੇ ਸਿੱਖਿਆ ਸੀ ਅਤੇ ਵਿਸ਼ਵਾਸ ਕੀਤਾ, ਅਤੇ ਕਿਵੇਂ ਉਹਨਾਂ ਨੇ ਮਸੀਹ ਨੂੰ ਪਹਿਚਾਣਿਆ ਸੀ। ਇਸ ਲਈ ਰਸੂਲ ਯਹੂਨਾ ਨੇ ਸਹੀ ਤਰ੍ਹਾਂ ਯੀਸ਼ੂ ਬਾਰੇ ਦਰਜ ਕੀਤਾ ਜੋ ਧਰਤੀ ਉੱਤੇ ਸਰੀਰ ਵਿੱਚ ਆਏ ਸੀ। ਆਓ ਯਹੂਨਾ ਅਧਿਆਇ 1 ਵਚਨ 1 ਉੱਤੇ ਜਾਈਏ। ਆਦਿ ਵਿੱਚ ਸ਼ਬਦ ਸੀ, ਔਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ, ਅਤੇ ਇਹ ਸ਼ਬਦ ਪਰਮੇਸ਼ਵਰ ਸੀ। ਰਸੂਲ ਯਹੂਨਾ ਨੇ ਪਰਮੇਸ਼ਵਰ ਦੇ ਬਾਰੇ ਸਮਝਾਇਆ ਜੋ ਆਦਿ ਵਿੱਚ ਸ਼ਬਦ ਸੀ। ਕਿਉਂਕਿ ਪਰਮੇਸ਼ਵਰ ਜੋ ਆਦਿ ਵਿੱਚ ਸ਼ਬਦ ਸੀ, ਕੀ ਇਹ ਯਹੋਵਾ ਪਰਮੇਸ਼ਵਰ ਨੂੰ ਨਹੀਂ ਦਰਸਾਉਂਦਾ? ਪਰ ਜਦੋਂ ਅਸੀਂ ਵਚਨ 14 ਉੱਤੇ ਨਜ਼ਰ ਪਾਉਂਦੇ ਹਾਂ, ਇੱਥੇ ਲਿਖਿਆ ਹੈ ਸ਼ਬਦ। ਇੱਥੇ ਸ਼ਬਦ ਸੀ ਜੋ ਆਦਿ ਵਿੱਚ ਸੀ। ਉਹ ਕੀ ਬਣ ਗਿਆ? ਸ਼ਬਦ ਦੇਹਧਾਰੀ ਹੋਇਆ। ਕੀ ਇਸ ਦਾ ਮਤਲਬ ਇਹ ਨਹੀਂ ਕਿ ਪਰਮੇਸ਼ਵਰ ਸਰੀਰ ਵਿੱਚ ਆਏ ਸੀ? ਇਹ ਇਸ ਲਈ ਹੈ ਕਿਉਂਕਿ ਯਹੂਨਾ ਅਧਿਆਇ 1 ਵਚਨ 1 ਕਹਿੰਦਾ ਹੈ ਕਿ ਸ਼ਬਦ ਪਰਮੇਸ਼ਵਰ ਸੀ। ਪਰਮੇਸ਼ਵਰ ਸ਼ਬਦ ਹੈ, ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ, ਅਤੇ ਅਸਾਂ ਉਸ ਦੇ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ।
ਕਿ ਇਕਲੌਤਾ ਪੁੱਤਰ ਯਿਸੂ ਮਸੀਹ ਨੂੰ ਨਹੀਂ ਦਰਸਾਉਂਦਾ। 예수님을 뜻하고 있지 않습니까? ਇਸ ਦਾ ਮਤਲਬ ਹੈ ਕਿ ਪਰਮੇਸ਼ਵਰ ਜੋ ਸ਼ਬਦ ਹੈ 육신을 쓰시고 ਉਹ ਯਿਸੂ ਨਾਮ ਨਾਲ ਸਰੀਰ ਵਿੱਚ ਧਰਤੀ ਉੱਤੇ ਆਏ ਸੀ ਅਤੇ ਮਨੁੱਖ ਜਾਤੀ ਨੂੰ ਬਚਾਉਣ ਲਈ ਸੱਚਾਈ ਦੇ ਵਚਨਾਂ ਦਾ ਪ੍ਰਚਾਰ ਕੀਤਾ। 의미가 되겠습니다. ਯਹੂਨਾ ਅਧਿਆਇ 1 ਵਚਨ 1 ਅਤੇ ਯਹੂਨਾ ਅਧਿਆਇ 1 ਵਚਨ 14 ਵਿੱਚ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਰਸੂਲ ਯਹੂਨਾ ਨੇ ਆਦਿ ਵਿੱਚ 해볼 때 ਯਿਸੂ ਦੇ ਆਤਮਿਕ ਹਾਲਾਤਾਂ ਅਤੇ ਸਰੀਰ ਵਿੱਚ ਆਉਣ ਦੇ 적인 상태와 ਉਹਨਾਂ ਦੇ ਹਾਲਾਤਾਂ ਵਿਚਕਾਰ ਸੰਬੰਧ ਨੂੰ ਦੱਸਿਆ ਸੀ। 정확하게 지금 매치를 시키고 있습니다. ਪਰ ਫਰੀਸੀ ਅਤੇ ਗ੍ਰੰਥੀ ਪਰਮੇਸ਼ਵਰ ਨੂੰ ਸਵੀਕਾਰ ਨਹੀਂ ਕਰਦੇ ਸੀ। 육체로 오신 그 하나님을 인정하지 아니했고 ਇਸ ਦੇ ਬਜਾਏ 하지 아니했고 ਉਹ ਇਹ ਸੋਚਦੇ ਹੋਏ ਸਰੀਰ ਵਿੱਚ ਆਏ ਪਰਮੇਸ਼ਵਰ ਦਾ ਇਨਕਾਰ ਕਰਦੇ ਸੀ 하늘에 계시하신 ਕਿ ਪਰਮੇਸ਼ਵਰ ਨੂੰ ਸਵਰਗ ਵਿੱਚ ਰਹਿਣਾ ਚਾਹੀਦਾ ਹੈ। ਪਰਮੇਸ਼ਵਰ ਕਿਵੇਂ ਮਨੁੱਖ ਬਣ ਸਕਦੇ ਹਨ ਅਤੇ ਸਾਡੇ ਵਾਂਗ ਸਰੀਰ ਵਿੱਚ ਆ ਸਕਦੇ ਹਨ? ਇਹ ਉਹਨਾਂ ਦੇ ਵਿਸ਼ਵਾਸ ਵਿੱਚ ਇੱਕ ਗਲਤ ਧਾਰਨਾ ਸੀ। 신앙관이었습니다. ਜਿਵੇਂ ਕਿ ਅਸੀਂ ਪਹਿਲਾ ਯਹੂਨਾ ਅਧਿਆਇ 4 ਵਿੱਚ ਦੇਖਿਆ ਸੀ, 사장에서도 ਪਹਿਲੇ ਚਰਚ ਦੇ ਸੰਤ ਸਪਸ਼ਟ ਰੂਪ ਨਾਲ ਵਿਸ਼ਵਾਸ ਕਰਦੇ ਸੀ ਕਿ ਹਰੇਕ ਆਤਮਾ 그리스도의 영이다. ਜਿਹੜਾ ਯਿਸੂ ਨੂੰ ਨਹੀਂ ਮੰਨਦਾ 하는 이 ਸੋ ਪਰਮੇਸ਼ਵਰ ਤੋਂ ਨਹੀਂ, 영들의 가르침이 닿고 이렇게 ਅਤੇ 초대교회 성도 ਇਹੋ ਮਸੀਹ ਦੇ ਵਿਰੋਧੀ ਦਾ ਉਹ ਆਤਮਾ ਹੈ। ਇਹੀ ਕਾਰਨ ਹੈ ਕਿ ਬਾਈਬਲ ਜ਼ੋਰ ਦੇ ਕੇ ਕਹਿੰਦੀ ਹੈ ਕਿ ਪਰਮੇਸ਼ਵਰ ਨੂੰ ਯਿਸੂ ਦੇ ਨਾਮ ਨਾਲ ਸਰੀਰ ਵਿੱਚ ਆ ਕੇ 독생자의 모습으로 ਸਾਡੇ ਨਾਲ ਰਹਿਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦਾ ਇਕਲੌਤਾ ਪੁੱਤਰ ਹੋਣਾ ਚਾਹੀਦਾ ਹੈ। 에서는 강조하고 ਪਹਿਲੇ ਚਰਚ ਦੇ ਸੰਤਾਂ ਦੇ ਕੋਲ ਇਸ ਤਰ੍ਹਾਂ ਦਾ ਵਿਸ਼ਵਾਸ ਸੀ ਜੋ ਕਿ ਚਰਚ ਆਫ ਗੋਡ ਹੈ। 초대 ਇਹ ਉਹੀ ਸਿੱਖਿਆ ਹੈ ਜੋ ਉਸ ਸਮੇਂ ਤੋਂ ਹੁਣ ਤੱਕ ਗੁਜ਼ਰ ਰਹੀ ਹੈ। 가르침이었습니다. ਹੁਣ ਆਓ ਅਸੀਂ ਯਹੂਨਾ ਅਧਿਆਇ 10 ਉੱਤੇ ਜਾਈਏ। ਫਿਰ ਫਰੀਸੀਆਂ ਅਤੇ ਗ੍ਰੰਥੀਆਂ ਦੇ ਬਾਰੇ ਕੀ ਜੋ ਉਹਨਾਂ ਦਿਨਾਂ ਦੇ ਧਾਰਮਿਕ ਸਮਾਜ ਵਿੱਚ ਦਰਜ ਸਵਾਰਥੀ ਜਮਾਤ ਨਾਲ ਸੰਬੰਧ ਸੀ। 기득권 ਆਓ ਦੇਖੀਏ ਕਿ ਉਸ ਸਮੇਂ ਉਹਨਾਂ ਕੋਲ ਕਿਸ ਤਰ੍ਹਾਂ ਦਾ ਵਿਸ਼ਵਾਸ ਸੀ। 신앙을 가지고 있었는지를 확인해 봅시다. ਆਓ ਯਹੂਨਾ ਅਧਿਆਇ 10 ਵਚਨ 30 ਉੱਤੇ ਇੱਕ ਨਜ਼ਰ ਪਾਈਏ। ਮੈਂ ਅਰ ਪਿਤਾ ਇੱਕੋ ਹਾਂ। 하나이라 하신대 ਯਹੂਦੀਆਂ ਨੇ ਫਿਰ ਪੱਥਰ ਚੁੱਕੇ 돌을 들어 ਜੋ ਉਹਨੂੰ ਪਥਰਾ ਕਰਨ। 예수 ਯਿਸੂ ਨੇ ਅੱਗੋਂ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਪਿਤਾ ਦੇ ਵੱਲੋਂ ਅਨੇਕ ਚੰਗੇ ਕੰਮ ਵਿਖਾਏ, ਉਹਨਾਂ ਵਿੱਚੋਂ ਕਿਹੜੇ ਕੰਮ ਦੇ ਬਦਲੇ ਤੁਸੀਂ ਮੈਨੂੰ ਪਥਰਾ ਕਰਦੇ ਹੋ? 나를 돌로 치려 하느냐? ਯਹੂਦੀਆਂ ਨੇ ਉਹਨੂੰ ਉੱਤਰ ਦਿੱਤਾ ਕਿ ਅਸੀਂ ਤੈਨੂੰ ਚੰਗੇ ਕੰਮ ਪਿੱਛੇ ਪਥਰਾ ਨਹੀਂ ਕਰਦੇ। 돌로 치려 ਪਰ 하는 것이 아니라 ਉਹਨਾਂ ਨੇ ਯਿਸੂ ਉੱਤੇ ਕੀ ਦੋਸ਼ ਲਗਾਇਆ? ਕੁਫਰ ਪਿੱਛੇ ਅਤੇ ਇਸ ਲਈ ਜੋ ਤੂੰ ਮਨੁੱਖ ਹੋ ਕੇ ਆਪਣੇ ਆਪ ਨੂੰ 자칭 하나님이 ਪਰਮੇਸ਼ਵਰ ਬਣਾਉਂਦਾ ਹੈ। ਜਦ ਯਿਸੂ ਨੇ ਕਿਹਾ, ਮੈਂ ਔਰ ਮੇਰਾ ਪਿਤਾ ਇੱਕੋ ਹਾਂ, 하나님이 ਉਹਨਾਂ ਦਾ ਮਤਲਬ ਹੈ ਕਿ ਉਹ ਪਰਮੇਸ਼ਵਰ ਹਨ। 어떤 뜻에서 ਜਦੋਂ ਯਹੂਦੀਆਂ ਨੇ ਸੁਣਿਆ 하나인이라 ਤਦ ਉਹਨਾਂ ਨੇ ਯਿਸੂ ਨੂੰ ਮਾਰਨ ਲਈ 유대인들이 ਪੱਥਰ ਚੁੱਕੇ। 예수님을 치려고 했습니다. ਧਾਰਮਿਕ ਨੇਤਾ ਜੋ ਉਹਨਾਂ ਦਿਨਾਂ ਦੇ ਧਾਰਮਿਕ ਸਮਾਜ ਵਿੱਚ ਦਰਜ ਸਵਾਰਥੀ ਜਮਾਤ ਦੇ ਸੀ, ਉਹਨਾਂ ਨੇ ਯਿਸੂ ਦੇ ਵਚਨਾਂ ਨੂੰ ਕੁਫਰ ਸਮਝਿਆ ਅਤੇ ਕਿਹਾ ਕਿ ਇੱਕ ਮਾਮੂਲੀ ਮਨੁੱਖ ਪਰਮੇਸ਼ਵਰ ਹੋਣ ਦਾ ਦਾਅਵਾ ਕਰਦਾ ਹੈ। 참남되게 여겼습니다. ਇਸ ਦੇ ਉਲਟ ਚਰਚ ਆਫ ਗੋਡ ਨੂੰ ਇਹ ਦ੍ਰਿੜ ਵਿਸ਼ਵਾਸ ਸੀ ਕਿ ਪੱਕੇ ਰੂਪ ਨਾਲ ਪਰਮੇਸ਼ਵਰ ਨੂੰ ਸਰੀਰ ਵਿੱਚ ਆਉਣਾ ਚਾਹੀਦਾ ਹੈ ਅਤੇ ਸਾਡੇ ਵਿਚਕਾਰ ਰਹਿਣਾ ਚਾਹੀਦਾ ਹੈ। ਇਹ ਪਹਿਲੇ ਚਰਚ ਦਾ ਵਿਸ਼ਵਾਸ ਸੀ। ਜਦੋਂ ਅਸੀਂ ਪਹਿਲੇ ਚਰਚ ਦੇ ਸੰਤਾਂ ਦੇ ਵਿਸ਼ਵਾਸ ਉੱਤੇ ਨਜ਼ਰ ਪਾਉਂਦੇ ਹਾਂ 하나님의 교회에서 ਤਦ ਅਸੀਂ ਦੇਖ ਸਕਦੇ ਹਾਂ ਕਿ ਅੱਜ ਦੇ ਚਰਚ ਆਫ ਗੋਡ ਦੇ ਮੈਂਬਰਾਂ ਦਾ ਵਿਸ਼ਵਾਸ ਉਹਨਾਂ ਦੇ ਵਿਸ਼ਵਾਸ ਨਾਲੋਂ ਬਿਲਕੁਲ ਵੀ ਅਲੱਗ ਨਹੀਂ ਹੈ। ਇਸ ਕੜੀ ਵੀ ਪਹਿਲੇ ਚਰਚ ਦਾ ਵਿਸ਼ਵਾਸ ਸਾਡੇ ਚਰਚ ਆਫ ਗੋਡ ਨਾਲ ਜਾਰੀ ਰਹਿੰਦਾ ਹੈ। 개성이 되고 있습니다. ਯਿਸੂ ਨੇ ਸਪਸ਼ਟ ਕਿਹਾ, ਮੈਂ ਔਰ ਮੇਰੇ ਪਿਤਾ ਇੱਕੋ ਹਾਂ। 하나이다. ਇਸ ਦੇ ਕਾਰਨ ਯਹੂਦੀਆਂ ਨੇ ਯਿਸੂ ਦੇ ਵਚਨਾਂ ਦੀ ਇਹ ਕਹਿੰਦੇ ਹੋਏ ਨਿੰਦਾ ਕੀਤੀ, ਕਿਵੇਂ ਤੂੰ ਇੱਕ ਮਾਮੂਲੀ ਵਿਅਕਤੀ ਪਰਮੇਸ਼ਵਰ ਹੋਣ ਦਾ ਦਾਅਵਾ ਕਰ ਸਕਦਾ ਹੈ? 들고 ਅਤੇ ਉਹਨਾਂ ਉੱਤੇ ਪਥਰਾ ਕਰਨ ਲਈ ਪੱਥਰ ਚੁੱਕੇ। 같은 어떤 역사가 ਇਹ ਘਟਨਾ 2000 ਸਾਲ ਪਹਿਲਾਂ ਇਜ਼ਰਾਈਲ ਵਿੱਚ ਹੋਈ ਸੀ। 에서 벌어졌던 일들입니다. 2000 ਸਾਲ ਪਹਿਲਾਂ ਹੋਏ ਹਾਲਾਤ ਹੁਣ ਇਸ ਯੁੱਗ ਵਿੱਚ ਵੀ ਹੋ ਰਹੇ ਹਨ। 똑같은 일들이 일어나고 있습니다. ਪਰਮੇਸ਼ਵਰ ਮਨੁੱਖ ਜਾਤੀ ਨੂੰ ਬਚਾਉਣ ਲਈ ਆਤਮਾ ਤੇ ਲਾੜੀ ਦੇ ਰੂਪ ਵਿੱਚ ਸਰੀਰ ਪਾ ਕੇ 신부되어서 ਇਸ ਧਰਤੀ ਉੱਤੇ ਆਏ ਹਨ ਅਤੇ ਸਾਨੂੰ ਆਪਣੀਆਂ ਬਾਹਾਂ ਵਿੱਚ ਵਾਪਸ ਬੁਲਾ ਰਹੇ ਹਨ। ਪਰ ਨਿੰਦਾ ਕਰਨ ਵਾਲੇ ਲੋਕ ਪਰਮੇਸ਼ਵਰ ਦੇ ਲੋਕਾਂ ਨੂੰ ਉਹਨਾਂ ਕੋਲ ਜਾਣ ਤੋਂ ਰੋਕ ਰਹੇ ਹਨ। 계속 회방을 합니다. ਜਿਸ ਤਰ੍ਹਾਂ ਲੋਕਾਂ ਨੇ 2000 ਸਾਲ ਪਹਿਲਾਂ ਯਿਸੂ ਦੇ ਦੁਆਰਾ ਕੀਤੇ ਗਏ ਮੁਕਤੀ ਦੇ ਕੰਮ ਨੂੰ ਬਦਨਾਮ ਕੀਤਾ ਸੀ, 이 시대에도 ਇਸ ਯੁੱਗ ਵਿੱਚ ਲੋਕ ਐਲੋਹੀਮ ਪਰਮੇਸ਼ਵਰ ਨੂੰ ਬਦਨਾਮ ਕਰਦੇ ਹਨ ਜੋ ਆਤਮਾ ਤੇ ਲਾੜੀ ਦੇ ਰੂਪ ਵਿੱਚ ਇਸ ਧਰਤੀ ਉੱਤੇ ਆਏ ਹਨ। 그래서 ਮੋਤੀ 16 ਵਿੱਚ ਦਿੱਤੇ ਗਏ ਵਚਨਾਂ ਦੇ ਦੁਆਰਾ ਆਓ ਅਸੀਂ ਪਹਿਲੇ ਚਰਚ ਦੇ ਦ੍ਰਿੜ ਵਿਸ਼ਵਾਸ ਬਾਰੇ 성도들은 ਕਿ ਕਿਵੇਂ ਉਹਨਾਂ ਨੇ ਸਰੀਰ ਵਿੱਚ ਆਏ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ ਸਮਝੀਏ ਅਤੇ ਸਿੱਖੀਏ। 배우고 있었고 믿고 있었는지 마태복음 우리 16장을 열어보도록 합시다. ਆਓ ਅਸੀਂ ਮਤੀ ਅਧਿਆਇ 16 ਵਚਨ 13 ਉੱਤੇ ਜਾਈਏ। ਯਿਸੂ ਨੇ ਕੈਸਰੀਆ ਫਿਲਿੱਪੀ ਦੇ ਇਲਾਕੇ ਵਿੱਚ ਆਣ ਕੇ 지방에 이르러 ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ, ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ? 하느냐? ਉਹ ਬੋਲੇ,
ਕਈ ਤਾਂ ਯਹੋਨਾ ਬਪਤਿਸਮਾ ਦੇਣ ਵਾਲੇ ਕਹਿੰਦੇ ਹਨ ਅਤੇ ਕਈ ਏਲੀਆ ਤੇ ਕਈ ਯਿਰਮੀਆ ਜਾਂ ਨਬੀਆਂ ਵਿੱਚੋਂ ਕੋਈ। 중에 하나라 하나이다. ਉਸਨੇ ਉਹਨਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ 뭐라 하느냐? ਜੋ ਮੈਂ ਕੌਣ ਹਾਂ? ਦੂਸਰੇ ਸ਼ਬਦਾਂ ਵਿੱਚ ਕੀ ਉਹਨਾਂ ਦਾ ਮਤਲਬ ਇਹ ਨਹੀਂ ਸੀ ਕਿ ਤੁਸੀਂ ਮੈਨੂੰ ਕੀ ਸਮਝ ਕੇ ਵਿਸ਼ਵਾਸ ਕਰਦੇ ਹੋ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ? ਵਚਨ 16। ਸ਼ਮੌਨ ਪਤਰਸ ਨੇ ਉੱਤਰ ਦਿੱਤਾ, 대답하여 가로되 ਤੂੰ ਮਸੀਹੀ 그것이요 ਜਿਉਂਦੇ ਪਰਮੇਸ਼ਵਰ ਦਾ 하나님의 ਪੁੱਤਰ ਹੈ। 아들이다 그였습니다. ਯਸ਼ਾਇਆ ਅਧਿਆਇ 9 ਵਚਨ 6 ਵਿੱਚ ਇਸ ਦੇ ਜੋੜੇ ਵਚਨ ਨਾਲ ਇਸ ਸਿੱਖਿਆ ਦੀ ਤੁਲਨਾ ਕਰਦੇ ਹੋਏ 지어서 ਅਸੀਂ ਦੇਖ ਸਕਦੇ ਹਾਂ ਕਿ ਇਸ ਦਾ ਮਤਲਬ ਹੈ ਕਿ 보게 된다면 ਤੂੰ ਜਿਉਂਦਾ ਪਰਮੇਸ਼ਵਰ ਹੈ। 하나님이십니다라는 뜻이 되겠습니다. ਜਿਵੇਂ ਕਿ ਯਸ਼ਾਇਆ ਅਧਿਆਇ 9 ਵਚਨ 6 ਵਿੱਚ ਲਿਖਿਆ ਹੈ, ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਰਾਜ ਉਹਦੇ ਮੋਢੇ ਉੱਤੇ ਹੋਵੇਗਾ ਅਤੇ ਉਹਦਾ ਨਾਮ ਇਹੋ ਸੱਦਿਆ ਜਾਵੇਗਾ, ਅਚਰਜ ਸਲਾਹੂ ਸ਼ਕਤੀਮਾਨ ਪਰਮੇਸ਼ਵਰ, ਅਨਾਦਿ ਪਿਤਾ ਸ਼ਾਂਤੀ ਦਾ ਰਾਜਕੁਮਾਰ। 아버지라 평강의 왕이라. ਇਹ ਕਿਹਾ ਗਿਆ ਹੈ ਕਿ ਪੁੱਤਰ ਬਖਸ਼ਿਆ ਜਾਵੇਗਾ, ਪਰ ਅਸਲੀਅਤ ਵਿੱਚ ਉਹ ਕੌਣ ਸੀ? ਅਚਰਜ ਸਲਾਹੂ ਸ਼ਕਤੀਮਾਨ ਪਰਮੇਸ਼ਵਰ, ਅਨਾਦਿ ਪਿਤਾ ਸ਼ਾਂਤੀ ਦਾ ਰਾਜਕੁਮਾਰ। 평강의 왕. ਪਤਰਸ 그런 어떤 ਜਿਨੇ ਤਰੀਕ ਦੀ ਸਿੱਖਿਆ ਬਾਰੇ ਸਮਝਿਆ ਸੀ, 에서 ਉਸਨੇ ਕਿਹਾ, 말하기를 ਤੂੰ ਮਸੀਹ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਹੈ। 아들이시니다. ਦੂਸਰੇ ਸ਼ਬਦਾਂ ਵਿੱਚ ਪਤਰਸ ਨੇ ਯਿਸੂ ਨੂੰ ਇਹ ਕਹਿੰਦੇ ਹੋਏ ਆਪਣੇ ਵਿਸ਼ਵਾਸ ਨੂੰ ਪ੍ਰਗਟ ਕੀਤਾ 하신 ਕਿ 하나님 ਤੁਸੀਂ ਪਰਮੇਸ਼ਵਰ ਹੋ, ਜਿਨ੍ਹਾਂ ਬਾਰੇ ਬਾਈਬਲ ਭਵਿੱਖਬਾਣੀ ਕਰਦੀ ਹੈ। 토로했을 때 ਵਚਨ 17। 말씀 보시면 ਯਿਸੂ ਨੇ ਉਹਨੂੰ ਉੱਤਰ ਦਿੱਤਾ, ਧੰਨ ਹੈ ਤੂੰ ਸ਼ਮੌਨ ਬਰਯੋਨਾ। 어떻다고요? 너가 ਯਿਸੂ ਨੇ ਇਹ ਨਹੀਂ ਕਿਹਾ ਕਿ ਜੋ ਤੁਸੀਂ ਵਿਸ਼ਵਾਸ ਕਰਦੇ ਹੋ ਉਹ ਗਲਤ ਹੈ। ਇਸ ਦੇ ਬਜਾਏ ਯਿਸੂ ਨੇ ਪਤਰਸ ਨੂੰ ਸਵੀਕਾਰ ਕਰਦੇ ਹੋਏ ਇਹ ਕਿਹਾ, 인정을 해 주었습니다. ਤੂੰ ਸਹੀ ਜਵਾਬ ਦਿੱਤਾ। 하나님께서 ਯਿਸੂ ਨੇ ਪਤਰਸ ਨੂੰ ਜੋ ਇਹ ਵਿਸ਼ਵਾਸ ਕਰਦਾ ਸੀ ਕਿ ਪਰਮੇਸ਼ਵਰ ਸਰੀਰ ਵਿੱਚ ਧਰਤੀ ਉੱਤੇ ਆਏ ਹਨ, 있었던 이 베드로의 ਆਸ਼ੀਸ਼ ਦਿੱਤੀ 예수님께서 ਅਤੇ ਇੱਥੋਂ ਤੱਕ ਕਿ ਉਸ ਨੂੰ ਸਵਰਗ ਦੇ ਰਾਜ ਦੀਆਂ 천국 열쇠까지 ਕੁੰਜੀਆਂ ਸੌਂਪਣ ਦੀ ਆਸ਼ੀਸ਼ ਵੀ 이런 중차대한 ਦਿੱਤੀ ਗਈ। 축복을 허락하지 않았습니까? ਵਚਨ 17 17। ਯਿਸੂ ਨੇ ਉਹਨੂੰ ਉੱਤਰ ਦਿੱਤਾ, ਧੰਨ ਹੈ ਤੂੰ ਸ਼ਮੌਨ ਬਰਯੋਨਾ, 네가 보기 ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ, ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ। ਅਤੇ ਮੈਂ ਵੀ ਤੈਨੂੰ ਆਖਦਾ ਹਾਂ, ਜੋ ਤੂੰ ਪਤਰਸ ਹੈ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੋਈ ਵਸ ਨਾ ਚੱਲੇਗਾ। 이지 못하리라. ਮੈਂ ਸਵਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸਵਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸਵਰਗ ਵਿੱਚ ਖੋਲਿਆ ਜਾਵੇਗਾ। 풀리리라 그였습니다. ਇਸ ਤਰ੍ਹਾਂ 그래서 ਯਿਸੂ ਨੇ ਪਹਿਲੇ ਚਰਚ ਦੇ ਸੰਤਾਂ ਨੂੰ ਸਿੱਧਾ ਸਰੀਰ ਵਿੱਚ ਆਏ ਪਰਮੇਸ਼ਰ ਉੱਤੇ ਵਿਸ਼ਵਾਸ ਕਰਨ ਲਈ ਸਿਖਾਇਆ। 성육신 하신 ਇਸ ਦੇ ਨਤੀਜੇ ਵਜੋਂ ਇਸ ਤਰ੍ਹਾਂ ਦਾ ਵਿਸ਼ਵਾਸ ਉਹਨਾਂ ਦੇ ਵਿਸ਼ਵਾਸ ਦੀ ਬੁਨਿਆਦ ਬਣ ਗਿਆ। 가장 우선적으로 자리했던 것입니다. ਇਸ ਯੁੱਗ ਵਿੱਚ ਵੀ ਈਸਾਈ ਧਰਮ ਇੱਕ ਅਜਿਹਾ ਧਰਮ ਹੈ ਜੋ ਸਰੀਰ ਵਿੱਚ ਆਏ ਪਰਮੇਸ਼ਰ ਉੱਤੇ ਵਿਸ਼ਵਾਸ ਕਰਦਾ ਹੈ। 기독교입니다. ਕਿ ਇਸ ਲਈ ਈਸਾਈ ਲੋਕ ਨਹੀਂ ਕਹਿੰਦੇ 그리스도를 ਕਿ ਉਹ ਯਿਸੂ ਉੱਤੇ ਵਿਸ਼ਵਾਸ ਕਰਦੇ ਹਨ। 얘기하고 있지 않습니까? ਯਿਸੂ ਉੱਤੇ ਵਿਸ਼ਵਾਸ ਕਰਨ ਦਾ ਮਤਲਬ ਇਸ ਗੱਲ ਉੱਤੇ ਵਿਸ਼ਵਾਸ ਕਰਨਾ ਹੈ ਕਿ ਪਰਮੇਸ਼ਰ ਮਨੁੱਖ ਦੇ ਰੂਪ ਵਿੱਚ ਸਰੀਰ ਪਾ ਕੇ ਇਸ ਧਰਤੀ ਉੱਤੇ ਆਏ ਹਨ। 갖고 있다는 뜻이 되겠습니다. ਇਸ ਲਈ ਯਿਸੂ ਨੇ ਪਤਰਸ ਅਤੇ ਸਾਰੇ ਪਹਿਲੇ ਚਰਚ ਦੇ ਸੰਤਾਂ ਨੂੰ 축복해 주. ਇਹ ਕਹਿੰਦੇ ਹੋਏ ਆਸ਼ੀਸ਼ ਦਿੱਤੀ, 초대교회 모든 성도들도 ਜੋ ਲੋਕ ਨਹੀਂ ਮੰਨਦੇ ਕਿ ਯਿਸੂ ਸਰੀਰ ਵਿੱਚ ਆਏ ਪਰਮੇਸ਼ਵਰ ਹਨ, ਉਹੀ ਮਸੀਹ ਵਿਰੋਧੀ ਹਨ। 적그리스도다. ਦੂਸਰੇ ਸ਼ਬਦਾਂ ਵਿੱਚ ਕੀ ਇਹ ਸਪਸ਼ਟ ਨਹੀਂ ਕਰਦਾ ਕਿ ਜੋ ਲੋਕ ਇਹ ਮੰਨਦੇ ਸੀ ਕਿ ਪਰਮੇਸ਼ਵਰ ਸਰੀਰ ਵਿੱਚ ਧਰਤੀ ਉੱਤੇ ਆਏ, 사람들이 올바른 어떤 ਉਹ ਲੋਕ ਸੀ ਜੋ ਵਿਸ਼ਵਾਸ ਦੇ ਸਹੀ ਰਾਹ ਉੱਤੇ ਚੱਲ ਰਹੇ ਸੀ। 그런 설명 아니겠습니까? ਪਹਿਲਾ ਯਹੋਨਾ ਅਧਿਆਇ 1 ਦੇ ਵਚਨ 14 ਵਿੱਚ 요한복음 1장 1절 ਰਸੂਲ ਪੌਲਸ ਨੇ 4절에서 ਸਰੀਰ ਵਿੱਚ ਆਏ ਪਰਮੇਸ਼ਰ ਉੱਤੇ ਆਪਣੇ ਵਿਸ਼ਵਾਸ ਦੀ ਸਾਖੀ ਦਿੱਤੀ। 그 신앙을 증거했고 ਰਸੂਲ ਪਤਰਸ ਨੇ ਯਿਸੂ ਦੇ ਪ੍ਰਤੀ ਆਪਣੇ ਵਿਸ਼ਵਾਸ ਨੂੰ ਸਪਸ਼ਟ ਰੂਪ ਨਾਲ ਸਵੀਕਾਰ ਕਰਦੇ ਹੋਏ ਕਿਹਾ, 육체를 입고 이 땅에 오신 ਤੁਸੀਂ ਪਰਮੇਸ਼ਵਰ ਹੋ 분이십니다. ਜੋ ਸਰੀਰ ਪਾ ਕੇ ਆਏ ਹੋ। 명백하게 또 증거를 했고 ਅਗਲਾ 그다음 신약 ਆਓ ਅਸੀਂ ਨਵੇਂ ਨੇਮ ਵਿੱਚ ਫਿਲਿੱਪੀ ਅਧਿਆਇ 2 ਨੂੰ ਖੋਲਦੇ ਹੋਏ ਦੇਖੀਏ ਕਿ ਰਸੂਲ ਪੌਲਸ ਨੇ ਕਿਵੇਂ ਸਰੀਰ ਵਿੱਚ ਆਏ ਪਰਮੇਸ਼ਵਰ ਦੇ ਬਾਰੇ ਸਾਖੀ ਦਿੱਤੀ ਸੀ। 증거를 하고 있는지 보겠습니다. ਅਸੀਂ ਪੁਸ਼ਟੀ ਕੀਤੀ ਕਿ ਪਹਿਲੇ ਚਰਚ ਦੇ ਸੰਤਾਂ ਕੋਲ ਇਸ ਤਰ੍ਹਾਂ ਦਾ ਵਿਸ਼ਵਾਸ ਸੀ 가지고 있었다는 사실을 ਅਤੇ ਅਸੀਂ ਆਖਰਕਾਰ ਮਹਿਸੂਸ ਕਰ ਸਕਦੇ ਹਾਂ ਕਿ ਇਹੀ ਮੁਕਤੀ ਪ੍ਰਾਪਤ ਕਰਨ ਯੋਗ ਵਿਸ਼ਵਾਸ ਹੈ। 신앙이라는 것을 우리가 또 믿어야 되겠습니다. ਆਓ ਫਿਲਿੱਪੀ ਅਧਿਆਇ 2 ਵਚਨ 5 ਦੇਖੀਏ। ਤੁਹਾਡਾ 너희 안에 이 ਇਹੋ ਸੁਭਾਅ ਹੋਵੇ ਜੋ ਮਸੀਹ ਯਿਸੂ ਦਾ ਵੀ ਸੀ। 예수의 마음이니 ਕਿ ਉਸਨੇ 근본 ਉਹ ਕੌਣ ਹੈ? ਉਹ ਪਰਮੇਸ਼ਵਰ ਦੇ ਸਵਰੂਪ ਵਿੱਚ ਹੈ। 있습니다. ਉਹ 근본이 ਪਰਮੇਸ਼ਵਰ ਦੇ ਸਵਰੂਪ ਵਿੱਚ ਸੀ। 채셨단 ਕਿ ਇਸ ਦਾ ਮਤਲਬ ਇਹ ਨਹੀਂ ਕਿ ਉਹ ਪਰਮੇਸ਼ਵਰ ਹਨ। 말이죠. ਪਰਮੇਸ਼ਵਰ ਨੇ ਕੀ ਪਾਇਆ ਸੀ? 뭘 입고 ਜਦੋਂ ਧਰਤੀ ਉੱਤੇ ਆਏ ਸੀ ਉਹਨਾਂ ਨੇ ਸਰੀਰ ਪਾਇਆ ਤੇ ਯਿਸੂ ਦੇ ਨਾਮ ਤੋਂ ਇਸ ਧਰਤੀ ਉੱਤੇ ਆਏ। 땅에 오셨더라.
ਇੱਥੇ ਇਹੀ ਹੈ ਜਿਸ ਦੀ ਰਸੂਲ ਪੌਲੁਸ ਸਾਖੀ ਦੇ ਰਿਹਾ ਸੀ। ਤੁਹਾਡਾ ਇਹੋ ਸੁਭਾਅ ਹੋਵੇ ਜੋ ਮਸੀਹ ਯਿਸੂ ਦਾ ਵੀ ਸੀ ਕਿ ਉਸਨੇ ਪਰਮੇਸ਼ਵਰ ਦੇ ਸਵਰੂਪ ਵਿੱਚ ਹੋ ਕੇ ਪਰਮੇਸ਼ਵਰ ਦੇ ਤੁਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ, ਸਗੋਂ ਉਸਨੇ ਆਪਣੇ ਆਪ ਨੂੰ ਸਖਣਾ ਕਰਕੇ ਦਾਸ ਦਾ ਰੂਪ ਧਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਾਂ ਕੀਤਾ ਅਤੇ ਮੌਤ ਤਾਈਂ, ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ। 곧 십자가에 죽으심이라고 했습니다. ਉਹ ਕੌਣ ਸੀ ਜਿਸ ਨੇ ਫਿਲਿੱਪੀਆਂ ਦੀ ਕਿਤਾਬ ਵਿੱਚ ਇਹ ਦਰਜ ਕੀਤਾ ਸੀ? ਉਹ ਰਸੂਲ ਪੌਲੁਸ ਸੀ। ਰਸੂਲ ਪੌਲੁਸ ਵਿਸ਼ਵਾਸ ਕਰਦਾ ਸੀ ਕਿ ਪਰਮੇਸ਼ਵਰ ਸਰੀਰ ਵਿੱਚ ਹੋ ਕੇ ਧਰਤੀ ਉੱਤੇ ਆਏ ਸੀ। 그런 신앙을 가지고 있었고 ਪਤਰਸ ਵੀ ਵਿਸ਼ਵਾਸ ਕਰਦਾ ਸੀ ਕਿ ਪਰਮੇਸ਼ਵਰ ਸਰੀਰ ਵਿੱਚ ਹੋ ਕੇ ਧਰਤੀ ਉੱਤੇ ਆਏ ਸੀ। ਰਸੂਲ ਯਹੂਨਾ ਦੇ ਕੋਲ, ਜਿਸ ਨੇ ਪਹਿਲਾ ਯਹੂਨਾ ਅਧਿਆਇ 1 ਵਚਨ 1 ਅਤੇ ਵਚਨ 14 ਵਿੱਚ ਲਿਖਿਆ ਸੀ, ਉਸ ਦੇ ਕੋਲ ਵੀ ਇੱਕੋ ਜਿਹਾ ਵਿਸ਼ਵਾਸ ਸੀ ਜਿਸ ਤਰ੍ਹਾਂ ਦਾ ਉਹਨਾਂ ਕੋਲ ਸੀ। ਫਿਰ ਕੀ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਮੁਕਤੀ ਮਿਲੀ ਹੈ ਜਾਂ ਨਹੀਂ? ਦਰਅਸਲ ਸਾਰੇ ਲੋਕ ਜਿਨ੍ਹਾਂ ਨੇ ਸਰੀਰ ਵਿੱਚ ਆਏ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ ਸੀ, ਉਹ ਲੋਕ ਮੁਕਤੀ ਪਾਉਣ ਵਿੱਚ ਸਮਰਥੀ ਸੀ। 구원에 이르게 됐던 것입니다. ਬਾਈਬਲ ਸਪਸ਼ਟ ਰੂਪ ਨਾਲ ਸਾਨੂੰ ਦੱਸਦੀ ਹੈ ਕਿ ਉਹ ਜਿਨ੍ਹਾਂ ਕੋਲ ਅਜਿਹਾ ਵਿਸ਼ਵਾਸ ਨਹੀਂ ਸੀ, ਉਹ ਲੋਕ ਹਨ ਜਿਨ੍ਹਾਂ ਨੇ ਮਸੀਹ ਵਿਰੋਧੀ ਦੀ ਆਤਮਾ ਨੂੰ ਸਵੀਕਾਰ ਕੀਤਾ। ਇਸ ਯੁੱਗ ਵਿੱਚ ਜਦੋਂ ਅਸੀਂ ਲੋਕਾਂ ਨੂੰ ਇਸ ਬਾਰੇ ਦੱਸਦੇ ਹਾਂ ਕਿ ਪਰਮੇਸ਼ਵਰ ਸਰੀਰ ਵਿੱਚ ਧਰਤੀ ਉੱਤੇ ਆਏ ਹਨ, 육체를 입고 이 땅에 ਉਹ ਇਸ ਤਰ੍ਹਾਂ ਜਵਾਬ ਦਿੰਦੇ ਹਨ ਕਿ ਇਹ ਸੰਭਵ ਹੈ, 수 있을까? ਕਿ ਇਹ ਅਜੀਬ ਧਰਮ ਨਹੀਂ ਹੈ। 종교 아닌가? ਪਰ 그러나 ਸੱਚਾ ਵਿਸ਼ਵਾਸ ਜਿਸ ਦੀ ਬਾਈਬਲ ਸਾਖੀ ਦਿੰਦੀ ਹੈ, 진리의 그 신앙은 ਉਹ ਇਸ ਸੱਚਾਈ ਉੱਤੇ ਵਿਸ਼ਵਾਸ ਕਰਨਾ ਹੈ ਕਿ ਪਰਮੇਸ਼ਵਰ ਸਰੀਰ ਵਿੱਚ ਆਏ ਸੀ। 믿고 있는 신앙들이었습니다. ਸਾਨੂੰ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਹੈ 기독교의 ਕਿ ਇਹ ਈਸਾਈ ਧਰਮ ਦੀ ਬੁਨਿਆਦ ਵਿਸ਼ਵਾਸਾਂ ਵਿੱਚੋਂ ਇੱਕ ਹੈ। 부분이라는 사실을 우리 모두는 분명히 알아야 되겠습니다. ਸਿਯੋਨ ਦੀ ਸੰਤਾਨਾਂ ਦੇ ਰੂਪ ਵਿੱਚ 태를 우리 ਸਾਨੂੰ ਇਹ ਸੋਚਦੇ ਹੋਏ ਸਹੀ ਤਰ੍ਹਾਂ ਇਸ ਯੁੱਗ ਦੇ ਹਾਲਾਤਾਂ ਨੂੰ ਸਮਝਣਾ ਚਾਹੀਦਾ ਹੈ। 인식해서 ਪਤਰਸ ਕੋਲ ਇਸ ਤਰ੍ਹਾਂ ਦਾ ਵਿਸ਼ਵਾਸ ਸੀ, ਪੌਲੁਸ ਕੋਲ ਇਸ ਤਰ੍ਹਾਂ ਦਾ ਵਿਸ਼ਵਾਸ ਸੀ, ਯਹੂਨਾ ਕੋਲ ਵੀ ਇਸ ਤਰ੍ਹਾਂ ਇੱਕੋ ਜਿਹਾ ਵਿਸ਼ਵਾਸ ਸੀ। ਪਹਿਲੇ ਚਰਚ ਦੇ ਸਾਰੇ ਸੰਤ ਸੰਪੂਰਨ ਰੂਪ ਨਾਲ ਇਸ ਗੱਲ ਉੱਤੇ ਵਿਸ਼ਵਾਸ ਕਰਦੇ ਸੀ ਕਿ ਪਰਮੇਸ਼ਵਰ ਸਰੀਰ ਵਿੱਚ ਹੋ ਕੇ ਇਸ ਧਰਤੀ ਉੱਤੇ ਆਏ ਹਨ। 신앙을 가졌구나. ਬਾਈਬਲ ਦੇ ਜ਼ਰੀਏ ਇਹ ਗੱਲ ਸਮਝਣ ਦੁਆਰਾ ਤੁਹਾਨੂੰ ਅਤੇ ਮੈਨੂੰ ਆਤਮਾ ਤੇ ਲਾੜੀ ਉੱਤੇ ਦ੍ਰਿੜ ਵਿਸ਼ਵਾਸ ਕਰਨਾ ਚਾਹੀਦਾ ਹੈ 오신 성령과 신부를 ਅਤੇ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਹੈ ਜਿੱਥੇ ਵੀ ਉਹ ਸਾਨੂੰ ਲੈ ਜਾਂਦੇ ਹੋਣ। 여러분과 제가 꼭 되셔야 되겠습니다. ਆਓ ਯਸ਼ਾਇਆ ਅਧਿਆਇ 9 ਤੇ ਜਾਈਏ। 열어보도록 합시다. ਪੁਰਾਣੇ ਨੇਮ ਤੇ ਨਬੀਆਂ ਨੇ ਵੀ ਭਵਿੱਖਬਾਣੀ ਕੀਤੀ ਸੀ ਕਿ ਪਰਮੇਸ਼ਵਰ ਪੱਕੇ ਤੌਰ ਤੇ ਸਰੀਰ ਵਿੱਚ ਆਉਣਗੇ। 등장하셔야 된다는 예언을 하셨습니다. ਆਓ ਯਸ਼ਾਇਆ 9 ਵਿੱਚ ਇਕੱਠੇ ਭਵਿੱਖਬਾਣੀ ਨੂੰ ਦੇਖੀਏ। 예언된 말씀 함께 보도록 하겠습니다. ਯਸ਼ਾਇਆ ਅਧਿਆਇ 9 ਵਚਨ 6। 6절입니다. ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। 우리에게 주신 ਰਾਜ ਉਹਦੇ ਮੋਢੇ ਉੱਤੇ ਹੋਵੇਗਾ 어깨는 정사를 메었고 ਅਤੇ ਉਹਦਾ ਨਾਮ ਇਹੋ ਸੱਦਿਆ ਜਾਵੇਗਾ, ਅਚਰਜ ਸਲਾਹੂ ਸ਼ਕਤੀਮਾਨ ਪਰਮੇਸ਼ਵਰ, 하나님이라 ਅਨਾਦਿ ਪਿਤਾ, ਸ਼ਾਂਤੀ ਦਾ ਰਾਜਕੁਮਾਰ। 평강의 왕이라 할 것임이라 하고 있습니다. ਵਚਨ 6 ਵਿੱਚ ਇਹ ਲਿਖਿਆ ਹੈ ਕਿ ਸ਼ਕਤੀਮਾਨ ਪਰਮੇਸ਼ਵਰ 한 아기로 우리에게 어떻게 한다고요? ਇੱਕ ਬਾਲਕ ਦੇ ਰੂਪ ਵਿੱਚ ਪੈਦਾ ਹੋਣਗੇ। 이렇게 표현하고 있습니다. ਸ਼ਕਤੀਮਾਨ ਪਰਮੇਸ਼ਵਰ ਇੱਕ ਬਾਲਕ ਬਣਨਗੇ ਅਤੇ ਪੱਕੀ ਤਰ੍ਹਾਂ ਸਾਡੇ ਵਿੱਚ ਪੈਦਾ ਹੋਣਗੇ। 반드시 태어나게 될 것이다. ਸਾਡੇ ਲਈ ਇੱਕ ਬਾਲਕ ਜੰਮਿਆ। ਇਸ ਭਵਿੱਖਬਾਣੀ ਦੇ ਅਨੁਸਾਰ ਉਹ ਪੈਦਾ ਹੋਏ। 한 아들을 ਇੱਕ ਪੁੱਤਰ ਬਖਸ਼ਿਆ ਗਿਆ, ਰਾਜ ਉਹਦੇ ਮੋਢੇ ਉੱਤੇ ਹੋਵੇਗਾ ਅਤੇ ਉਹਦਾ ਨਾਮ ਇਹੋ ਸੱਦਿਆ ਜਾਵੇਗਾ, ਅਚਰਜ ਸਲਾਹੂ ਸ਼ਕਤੀਮਾਨ ਪਰਮੇਸ਼ਵਰ, ਅਨਾਦਿ ਪਿਤਾ, ਸ਼ਾਂਤੀ ਦਾ ਰਾਜਕੁਮਾਰ। 알고 보니까 ਯਸ਼ਾਇਆ ਨਬੀ ਨੇ ਸਪਸ਼ਟ ਰੂਪ ਨਾਲ ਸਮਝਾਇਆ 아들로서 ਕਿ ਪਿਤਾ ਨੇ ਸਰੀਰ ਧਾਰਨ ਕੀਤਾ ਅਤੇ ਇਸ ਸੰਸਾਰ ਵਿੱਚ ਇੱਕ ਪੁੱਤਰ ਦੇ ਰੂਪ ਵਿੱਚ ਜਨਮ ਲਿਆ। 명히 설명하고 있습니다. ਨਬੀ, ਚੇਲੇ ਅਤੇ ਪਹਿਲੇ ਚਰਚ ਦੇ ਸਾਰੇ ਸੰਤਾਂ ਨੇ ਸਪਸ਼ਟ ਰੂਪ ਨਾਲ ਸਾਖੀ ਦਿੱਤੀ ਅਤੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਕਿ ਪਰਮੇਸ਼ਵਰ ਨੇ ਪੱਕੀ ਤਰ੍ਹਾਂ ਇੱਕ ਮਨੁੱਖ ਦੇ ਰੂਪ ਵਿੱਚ ਆਉਣਾ ਸੀ 교회 모든 성도들도 ਅਤੇ ਸਾਡੇ ਵਿਚਕਾਰ ਨਿਵਾਸ ਕਰਨਾ ਸੀ। 증명을 하고 있습니다. ਜਦੋਂ ਰਸੂਲ ਪੌਲੁਸ ਰੋਮ ਵਾਸੀਆਂ ਅਤੇ ਗੈਰ ਕੌਮਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਸੀ, 과정에서도 ਉਸ ਗੱਲ ਦੀ ਸਾਖੀ ਦਿੰਦਾ ਸੀ ਕਿ ਪਰਮੇਸ਼ਵਰ ਸਰੀਰ ਪਾ ਕੇ ਇਸ ਧਰਤੀ ਉੱਤੇ ਆਏ। 증거하는 장면을 ਆਓ ਅਸੀਂ ਰੋਮੀਓ ਅਧਿਆਇ 9 ਵਿੱਚ ਇਸ ਦ੍ਰਿਸ਼ ਦੀ ਪੁਸ਼ਟੀ ਕਰੀਏ। ਇਹ ਪਹਿਲੇ ਚਰਚ ਦਾ ਵਿਸ਼ਵਾਸ ਸੀ ਜਿਸ ਉੱਤੇ ਪਹਿਲੇ ਚਰਚ ਦੇ ਸੰਤ ਵਿਸ਼ਵਾਸ ਕਰਦੇ ਸੀ। 교회 성도들이 갖고 있었던 바로 그 믿음이었습니다. ਆਓ ਅਸੀਂ ਰੋਮੀਓ ਅਧਿਆਇ 9 ਵਚਨ 5 ਵਿੱਚ ਜਾਈਏ। 함께 보시겠습니다. ਰੋਮੀਓ ਅਧਿਆਇ 9 ਵਚਨ 5। 보시면 ਨਾਲੇ ਪਿੱਤਰ ਉਹਨਾਂ ਦੇ ਹਨ ਅਤੇ ਸਰੀਰ ਦੇ ਅਨੁਸਾਰ ਮਸੀਹ ਉਹਨਾਂ ਵਿੱਚ ਹੋਇਆ, ਜਿਹੜਾ ਕੌਣ ਹੈ? ਉਹ ਸਭਨਾ ਉੱਤੇ ਪਰਮੇਸ਼ਵਰ ਜੁਗੋ ਜੁਗ ਮੁਬਾਰਕ ਹੈ। ਆਮੀਨ। 누구시라고요? 그 하나님이 ਉਸ ਪਰਮੇਸ਼ਵਰ ਨੇ ਕੀ ਕੀਤਾ? ਉਹ ਸਰੀਰ ਵਿੱਚ ਆਏ ਸੀ। 우리 ਇੱਕ ਵਾਰ ਜਦੋਂ ਰਸੂਲ ਪੌਲੁਸ ਨੇ ਮਹਿਸੂਸ ਕੀਤਾ ਕਿ ਪਰਮੇਸ਼ਵਰ ਸਾਡੇ ਵਿਚਕਾਰ ਨਿਵਾਸ ਕਰਨ ਲਈ 가운데에게까지도 ਸਰੀਰ ਵਿੱਚ ਹੋ ਕੇ ਆਏ, 예수 그리스도 ਤਦ ਉਸਨੇ ਇਸ ਗੱਲ ਦਾ ਗੈਰ ਕੌਮਾਂ ਨੂੰ ਪ੍ਰਚਾਰ ਕੀਤਾ
ਯੀਸ਼ੂ ਸਰੀਰ ਵਿੱਚ ਹੋ ਕੇ ਇਸ ਧਰਤੀ ਉੱਤੇ ਆਏ 예수님은 ਫਿਰ ਵੀ ਯੀਸ਼ੂ ਕੌਣ ਸੀ? 누구셨다고요? ਇਹ ਉਹ ਦ੍ਰਿਸ਼ ਹੈ ਜਿੱਥੇ ਪੌਲਸ ਨੇ ਰੋਮ ਵਾਸੀਆਂ ਨੂੰ ਪ੍ਰਚਾਰ ਕਰਦੇ ਹੋਏ ਕਿਹਾ 이 로마에 ਯੀਸ਼ੂ ਅਸਲ ਵਿੱਚ ਪਰਮੇਸ਼ਵਰ ਸੀ। 전하고 있는 장면이 되겠습니다. ਆਓ ਦੁਬਾਰਾ ਵਚਨ 5 ਦੇਖੀਏ। ਨਾਲੇ ਪਿੱਤਰ ਉਹਨਾਂ ਦੇ ਹਨ ਅਤੇ ਸਰੀਰ ਦੇ ਅਨੁਸਾਰ ਮਸੀਹ ਉਹਨਾਂ ਵਿੱਚ ਹੋਇਆ। 저희에게 나셨으니 ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਯੀਸ਼ੂ ਸਰੀਰ ਵਿੱਚ ਪੈਦਾ ਹੋਏ। 탄생하셨으니라는 뜻이죠. ਜਿਹੜਾ ਸਭਨਾਂ ਉੱਤੇ 만물 위에 계셔 ਉਹ ਕੌਣ ਹੈ? 찬양 받으실 ਪਰਮੇਸ਼ਵਰ 분이시라고요. ਜੁਗੋ ਜੁਗ ਮੁਬਾਰਕ ਹੋ, ਆਮੀਨ। 하나님이시다. ਪਰਮੇਸ਼ਵਰ ਇੱਕ ਮਨੁੱਖ ਦੇ ਰੂਪ ਵਿੱਚ ਸਰੀਰ ਵਿੱਚ ਆਏ ਹਨ ਅਤੇ ਸਾਡੇ ਵਿਚਕਾਰ ਨਿਵਾਸ ਕਰ ਰਹੇ ਹਨ। ਉਹੀ ਯੀਸ਼ੂ ਮਸੀਹ ਹਨ ਜਿਨ੍ਹਾਂ ਉੱਤੇ ਤੁਸੀਂ ਵਿਸ਼ਵਾਸ ਕਰਦੇ ਹੋ ਅਤੇ ਜਾਣਦੇ ਹੋ। ਇਸ ਤਰ੍ਹਾਂ ਰਸੂਲ ਪੌਲਸ ਨੇ ਯੀਸ਼ੂ ਮਸੀਹ ਬਾਰੇ ਸਾਖੀ ਦਿੱਤੀ। ਇਹ ਉਹ ਵਿਸ਼ਵਾਸ ਸੀ ਜੋ ਪਹਿਲੇ ਚਰਚ ਦੇ ਸੰਤਾਂ ਕੋਲ ਸੀ। 신앙이었고 초대교회 성도들이 가지고 있는 믿음들이었습니다. ਪਹਿਲੇ ਚਰਚ ਯਾਨੀ ਕਿ ਚਰਚ ਆਫ ਗॉड ਦਾ ਇਸ ਤਰ੍ਹਾਂ ਦਾ ਵਿਸ਼ਵਾਸ ਸੀ। 그 가르침이었습니다. ਹਾਲਾਂਕਿ ਜਦੋਂ ਤੁਸੀਂ ਇਹ ਸਾਖੀ ਦਿੰਦੇ ਹੋ ਕਿ ਪਰਮੇਸ਼ਵਰ ਸਰੀਰ ਵਿੱਚ ਹੋ ਕੇ ਧਰਤੀ ਉੱਤੇ ਆਏ ਹਨ, ਤਦ ਅੱਜਕੱਲ ਚਰਚ ਇਹ ਕਹਿੰਦੇ ਹੋਏ ਇਸ ਉੱਤੇ ਵਿਸ਼ਵਾਸ ਕਰਨ ਤੋਂ ਮਨਾ ਕਰਦੇ ਹਨ ਕਿ ਬਿਲਕੁਲ ਨਹੀਂ, ਇਹ ਨਹੀਂ ਹੋ ਸਕਦਾ। ਇਹ ਇੱਕ ਪੰਥ ਹੈ। ਇਹ ਉਹੀ ਹੈ ਜੋ ਫਰੀਸੀਆਂ ਤੇ ਗ੍ਰੰਥੀਆਂ ਨੇ ਕਿਹਾ ਸੀ। ਫਿਰ ਈਸਾਈ ਲੋਕਾਂ ਉੱਤੇ ਇੱਕ ਪੰਥ ਹੋਣ ਦਾ ਦੋਸ਼ ਕਿਉਂ ਲਗਾਇਆ ਗਿਆ? 라고 했을까? ਕਿਉਂਕਿ ਉਹ ਦਾਅਵਾ ਕਰਦੇ ਸੀ ਕਿ ਈਸਾਈ ਲੋਕ ਮਨੁੱਖ ਉੱਤੇ ਪਰਮੇਸ਼ਵਰ ਦੇ ਰੂਪ ਵਿੱਚ ਵਿਸ਼ਵਾਸ ਕਰਦੇ ਹਨ। ਇਹ ਇੱਕ ਕਿਸਮ ਦਾ ਅਤਿਆਚਾਰ ਸੀ ਜਿਸ ਤੋਂ ਪਹਿਲੇ ਚਰਚ ਦੇ ਸੰਤ ਗੁਜ਼ਰੇ ਸੀ। 어떤 한 ਇਸ ਯੁੱਗ ਵਿੱਚ ਅਸੀਂ ਵੀ ਹੁਣ ਇੱਕੋ ਜਿਹੇ ਅਤਿਆਚਾਰਾਂ ਤੋਂ ਗੁਜ਼ਰ ਰਹੇ ਹਾਂ ਅਤੇ ਇੱਕੋ ਜਿਹੇ ਰਾਹ ਤੇ ਹਾਂ 통일하게 ਜਿਸ ਉੱਤੇ ਸੰਤ ਚੱਲੇ ਸੀ। ਇਸ ਦੇ ਬਾਰੇ 문제에 대해서 ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 24 ਦੇਖੀਏ। 들어갑시다. ਅਧਿਆਇ 24 ਵਚਨ 1। 1절의 말씀 함께 보겠습니다. 5 ਦਿਨਾਂ ਪਿੱਛੋਂ ਹਨਨਿਆ ਸਰਦਾਰ ਜਾਜਕ ਕਈ ਬਜ਼ੁਰਗਾਂ ਸਣੇ ਤਰਤੁਲੁਸ ਨਾਮੇ ਇੱਕ ਵਕੀਲ ਨੂੰ ਲੈ ਕੇ ਆਇਆ 함께 내려와서 ਅਤੇ ਉਹਨਾਂ ਨੇ ਪੌਲਸ ਦੇ ਵਿਰੁੱਧ ਹਾਕਮ ਦੇ ਕੰਨ ਭਰੇ ਅਤੇ ਜਾਂ ਉਹ ਮਤਲਬ ਰਸੂਲ ਪੌਲਸ ਬੁਲਾਇਆ ਗਿਆ ਤਾਂ ਤਰਤੁਲੁਸ ਇਹ ਕਹਿ ਕੇ ਉਸ ਉੱਤੇ ਦੋਸ਼ ਲਗਾਉਣ ਲੱਗਾ, ਜੋ ਹੈ ਫੈਲਿਕਸ ਬਹਾਦਰ, ਇਸ ਲਈ ਜੋ ਅਸੀਂ ਤੁਹਾਡੇ ਵਸੀਲੇ ਵੱਡਾ ਸੁੱਖ ਭੋਗਦੇ ਹਾਂ ਅਤੇ ਤੁਹਾਡੀ ਦੂਰ ਅੰਦੇਸ਼ੀ ਨਾਲ ਇਸ ਕੌਮ ਦੇ ਬਹੁਤ ਸਾਰੇ ਕੰਮ ਸੌਰਦੇ ਹਨ। 지로 계량된 것을 ਅਸੀਂ ਹਰ ਪ੍ਰਕਾਰ ਅਤੇ ਸੰਭਣੀ ਥਾਈਂ ਇਹ ਗੱਲ ਵੱਡੇ ਸ਼ੁਕਰ ਨਾਲ ਮੰਨ ਲੈਂਦੇ ਹਾਂ। ਪਰ ਇਸ ਲਈ ਜੋ ਤੁਹਾਨੂੰ ਬਹੁਤਾ ਔਖਾ ਨਾ ਕਰਾਂ, ਮੈਂ ਬੇਨਤੀ ਕਰਦਾ ਹਾਂ ਜੇ ਤੁਸੀਂ ਕਿਰਪਾ ਕਰਕੇ ਸਾਡੀਆਂ ਥੋੜੀਆਂ ਜਿਹੀਆਂ ਗੱਲਾਂ ਸੁਣ ਲਓ। 이를 원하나이다. ਕਿਉਂ ਜੋ ਅਸਾਂ ਇਸ ਮਨੁੱਖ ਨੂੰ ਇੱਕ ਬਲਾ ਅਤੇ ਸਾਰੀ ਦੁਨੀਆ ਦੇ ਸਭ ਯਹੂਦੀਆਂ ਵਿੱਚ ਫਸਾਦ ਪਾਉਣ ਵਾਲਾ ਵੇਖਿਆ। 다 소욕해 하는 자요. ਅਤੇ ਉਹ ਕੀ ਹੈ? ਨਾਸਰੀਆਂ ਦੇ ਪੰਥ ਦਾ ਆਗੂ ਹੈ। 여기서 ਇੱਥੇ ਉਹਨਾਂ ਨੇ ਕਿਸ ਨੂੰ ਨਾਸਰੀਆਂ ਦੇ ਪੰਥ ਵਜੋਂ ਜਾਣਿਆ? 예수님 ਉਹ ਯੀਸ਼ੂ ਤੇ ਨਾਸਰੀਆਂ ਦੇ ਪੰਥ ਦਾ ਦੋਸ਼ ਲਗਾਉਂਦੇ ਹਨ। 했습니다. ਉਹਨਾਂ ਨੇ ਅਜਿਹਾ ਕਿਉਂ ਕੀਤਾ? ਯਹੂਨਾ ਅਧਿਆਇ 10 ਵਿੱਚ ਦਰਜ ਘਟਨਾ ਬਾਰੇ ਸੋਚਦੇ ਹੋਏ ਅਸੀਂ ਦੇਖ ਸਕਦੇ ਹਾਂ ਕਿ ਉਹਨਾਂ ਨੇ ਯੀਸ਼ੂ ਦੀ ਨਿੰਦਾ ਕੀਤੀ ਅਤੇ ਉਹਨਾਂ ਉੱਤੇ ਪੱਥਰ ਚੁੱਕਦੇ ਹੋਏ ਕਿਹਾ, 돌을 들고 ਤੂੰ ਮਾਮੂਲੀ ਮਨੁੱਖ ਹੋ ਕੇ 치려고 했던 ਪਰਮੇਸ਼ਵਰ ਹੋਣ ਦਾ ਦਾਅਵਾ ਕਰਦਾ ਹੈ। 바라보게 된다면 ਫਰੀਸੀਆਂ ਅਤੇ ਸੰਦੂਕੀਆਂ ਨੇ ਯੀਸ਼ੂ ਅਤੇ ਪਹਿਲੇ ਚਰਚ ਦੇ ਸਾਰੇ ਸੰਤਾਂ ਨੂੰ ਕੁਧਰਮੀ ਦੇ ਰੂਪ ਵਿੱਚ ਦੱਸਿਆ, 가르치고 있다는 ਕਿਉਂਕਿ ਉਹਨਾਂ ਦੀਆਂ ਸਿੱਖਿਆਵਾਂ ਵਿੱਚੋਂ ਇਹ ਵੀ ਸਿੱਖਿਆ ਸੀ 초대교회 ਜੋ ਸਰੀਰ ਵਿੱਚ ਆਏ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਨ। 이렇게 지목했던 것입니다. ਇਸ ਤਰ੍ਹਾਂ ਜੇਕਰ ਅਸੀਂ ਵਿਚਾਰ ਕਰੀਏ ਕਿ ਕਿਉਂ ਧਾਰਮਿਕ ਨੇਤਾਵਾਂ ਨੇ ਜਿਨ੍ਹਾਂ ਕੋਲ ਉਹਨਾਂ ਦਿਨਾਂ ਵਿੱਚ ਅਧਿਕਾਰ ਸੀ 그 당시에 어떤 기득권층 ਪਹਿਲੇ ਚਰਚ ਦੇ ਸੰਤਾਂ ਨੂੰ ਕੁਧਰਮੀ ਦੇ ਰੂਪ ਵਿੱਚ ਨਿੰਦਾ ਕੀਤੀ ਅਤੇ ਦੋਸ਼ ਲਗਾਇਆ, 받았는가를 잘 한번 새겨 보시면 ਇਹ ਸੱਚਾਈ ਕਰਕੇ ਸੀ। ਅੱਜ ਵੀ ਇਸੇ ਤਰ੍ਹਾਂ ਹੀ ਹੈ। ਉਹੀ ਸੱਚਾਈ ਜੋ 2000 ਸਾਲ ਪਹਿਲਾਂ ਸਿਖਾਈ ਗਈ ਸੀ, ਉਹੀ ਅੱਜ ਅਸੀਂ ਸਿਖਾ ਰਹੇ ਹਾਂ। ਇਸ ਕਰਕੇ ਅਸੀਂ ਵੀ ਸਤਾਏ ਜਾਂਦੇ ਹਾਂ ਅਤੇ ਕੁਧਰਮੀਆਂ ਦੇ ਰੂਪ ਵਿੱਚ ਮੰਨੇ ਜਾਂਦੇ ਹਾਂ। 있습니다만 ਪਹਿਲੇ ਚਰਚ ਦੇ ਸਾਰੇ ਵਿਸ਼ਵਾਸ ਦੇ ਪੁਰਖੇ ਜਿਵੇਂ ਕਿ ਪੌਲਸ, ਪਤਰਸ ਅਤੇ ਯਹੂਨਾ, ਇਹਨਾਂ ਸਾਰਿਆਂ ਨੇ ਮੁਕਤੀ ਪ੍ਰਾਪਤ ਕੀਤੀ ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕੀਤਾ। 구원을 받은 사람들입니다. ਮੁਕਤੀ ਪ੍ਰਾਪਤ ਕਰਨ ਲਈ ਸਾਡੇ ਵਿਸ਼ਵਾਸ ਦਾ ਇੱਕ ਆਧਾਰ ਇਹ ਹੋਣਾ ਚਾਹੀਦਾ ਹੈ 그 이 땅에 ਕਿ 오신 ਪਰਮੇਸ਼ਵਰ ਸਰੀਰ 'ਚ ਹੋ ਕੇ ਧਰਤੀ ਉੱਤੇ ਆਏ ਹਨ। ਇਸ ਤਰ੍ਹਾਂ ਦੇ ਵਿਸ਼ਵਾਸ ਤੋਂ ਬਿਨਾਂ ਕੀ ਅਸੀਂ ਸੰਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਵਿੱਚ ਸਮਰਥੀ ਹੋ ਸਕਾਂਗੇ? 있습니까? ਯੀਸ਼ੂ ਮਸੀਹ ਨੇ ਇੱਕੋ ਜਿਹੀ ਸਿੱਖਿਆ ਦਿੱਤੀ ਅਤੇ ਆਪਣੀਆਂ ਸਾਰੀਆਂ ਸਿਉਣ ਦੀਆਂ ਸੰਤਾਨਾਂ ਦੀ ਅਗਵਾਈ ਕੀਤੀ। 자녀들에게도 동일한 당부의 말씀이 계셨습니다. ਆਓ ਅਸੀਂ ਮਤੀ ਅਧਿਆਇ 11 ਉੱਤੇ ਇੱਕ ਨਜ਼ਰ ਪਾਈਏ। 열어보도록 합시다. ਅਧਿਆਇ 11 ਦਾ ਵਚਨ 2। ਯਹੂਨਾ ਨੇ ਕੈਦਖਾਨੇ ਵਿੱਚ ਮਸੀਹ ਦੇ ਕੰਮਾਂ ਨੂੰ ਸੁਣ ਕੇ 이를 듣고 제자들을 보내 ਆਪਣੇ ਚੇਲਿਆਂ ਦੇ ਰਾਹੀਂ ਉਸ ਨੂੰ ਆਖ ਘੱਲਿਆ, ਭਈ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ? ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਸੋ ਯਹੂਨਾ ਨੂੰ ਜਾ ਦੱਸਿਓ। 요한에게 구하되 ਕਿ ਇੰਨੇ ਸੁਜਾਖੇ ਹੁੰਦੇ ਹਨ ਅਤੇ ਲੰਗੇ ਤੁਰਦੇ ਹਨ, ਕੋੜੀ ਸ਼ੁੱਧ ਕੀਤੇ ਜਾਂਦੇ ਹਨ ਅਤੇ ਬੋਲੇ ਸੁਣਦੇ ਹਨ 귀머거리가 ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ। 전파된다 하라. ਅਤੇ ਧੰਨ ਉਹ ਹੈ। 든지 ਕਿਸ ਨੂੰ ਕਿਹਾ ਗਿਆ ਹੈ ਕਿ ਧੰਨ ਉਹ ਹੈ 어떻게 하는 자가 ਜੋ ਮੇਰੇ ਕਾਰਨ ਠੋਕਰ ਨਾ ਖਾਵੇ। 실족지
아니하는 자가 복이 닿고 있습니다. ਮੇਰੇ ਕਾਰਨ 그로 인하여 ਮਤਲਬ ਸਿਰਫ ਮੇਰੇ ਬਾਹਰੀ ਰੂਪ ਨੂੰ ਨਾ ਦੇਖੋ ਪਰ ਉਹਨਾਂ ਕੰਮਾਂ ਉੱਤੇ ਨੇੜਿਓਂ ਨਜ਼ਰ ਪਾਓ ਜੋ ਮੈਂ ਭਵਿੱਖਬਾਣੀਆਂ ਦੇ ਅਨੁਸਾਰ ਕਰ ਰਿਹਾ ਹਾਂ। 자세히 보라. ਦੇਖੋ ਅਤੇ ਸਮਝੋ 오직 ਕਿ ਉਹ ਕੌਣ ਹੈ ਜੋ ਉਸ ਕੰਮ ਨੂੰ ਅੰਜਾਮ ਦੇ ਰਿਹਾ ਹੈ ਜੋ ਸਿਰਫ ਮਸੀਹ ਜਾਂ ਪਰਮੇਸ਼ਵਰ ਹੀ ਕਰ ਸਕਦੇ ਹਨ। 그 일을 지금 누가 하고 있는지 말이에요. ਯੀਸ਼ੂ ਨੇ ਕਿਹਾ ਅਤੇ ਧੰਨ ਉਹ ਹੈ ਜੋ ਮੇਰੇ ਕਾਰਨ ਠੋਕਰ ਨਾ ਖਾਵੇ, 닿고 있습니다. ਜਿਵੇਂ ਪਹਿਲੇ ਚਰਚ ਦੇ ਸੰਤਾਂ ਨੇ ਕੀਤਾ ਸੀ। 이제 ਇਸ ਲਈ ਸਾਡੇ ਕੋਲ ਇਸ ਗੱਲ ਉੱਤੇ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਪਰਮੇਸ਼ਵਰ ਸਰੀਰ ਵਿੱਚ ਆਏ ਹਨ। 하나님에 대한 그 강건한 믿음을 갖게 될 때에 ਯੀਸ਼ੂ ਨੇ ਸਪਸ਼ਟ ਰੂਪ ਨਾਲ ਕਿਹਾ, ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ। 주겠다고 말이죠. ਉਹ ਅਨਮੋਲ ਸੱਚਾਈ ਕੀ ਹੈ ਜੋ ਸਾਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਹਾਸਲ ਕਰਨ ਵਿੱਚ ਸਮਰਥੀ ਬਣਾਉਂਦੀ ਹੈ। ਉਹ ਸਰੀਰ ਵਿੱਚ ਆਏ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨਾ ਹੈ। 믿는 그 신앙이 되겠습니다. ਸਿਰਫ ਉਦੋਂ ਹੀ ਜਦੋਂ ਸਾਡੇ ਕੋਲ ਇਸ ਤਰ੍ਹਾਂ ਦਾ ਵਿਸ਼ਵਾਸ ਹੁੰਦਾ ਹੈ ਅਸੀਂ ਯਿਸੂ ਦੇ ਵਚਨਾਂ ਅਤੇ ਸਿੱਖਿਆਵਾਂ ਨੂੰ ਕੀਮਤੀ ਅਤੇ ਵੱਡਮੁੱਲਾ ਮੰਨ ਸਕਦੇ ਹਾਂ। ਨਹੀਂ ਤਾਂ ਭਾਵੇਂ ਸਾਨੂੰ ਕਿਸੇ ਵੀ ਤਰੀਕੇ ਦੀਆਂ ਕੀਮਤੀ ਸਿੱਖਿਆਵਾਂ ਕਿਉਂ ਨਾ ਦਿੱਤੀਆਂ ਜਾਣ ਅਸੀਂ ਉਹਨਾਂ ਉੱਤੇ ਧਿਆਨ ਨਹੀਂ ਦੇਵਾਂਗੇ। ਫਰੀਸੀਆਂ ਅਤੇ ਗ੍ਰੰਥੀਆਂ ਨੇ ਯਿਸੂ ਦੇ ਵਚਨਾਂ ਉੱਤੇ ਧਿਆਨ ਨਹੀਂ ਦਿੱਤਾ ਸੀ, 하지 않았지만 ਪਰ ਪਤਰਸ, ਯਹੂਨਾ ਅਤੇ ਪੌਲੁਸ ਵਰਗੇ ਰਸੂਲ ਯਿਸੂ ਦੇ ਬੋਲੇ ਗਏ ਹਰੇਕ ਵਚਨ ਨੂੰ ਸੰਪੂਰਨ ਮੰਨਦੇ ਸੀ। 라고 한다면 그 말씀을 절대시했습니다. ਹੁਣ ਇਸ ਤਰ੍ਹਾਂ ਦੇ ਵਿਸ਼ਵਾਸ ਨਾਲ ਆਓ ਅਸੀਂ ਸਾਰੇ ਮੁਕਤੀ ਦੇ ਅੰਦੋਲਨ ਵਿੱਚ ਭਾਗ ਲਈਏ 시고 또 인도하시는 ਜਿਸ ਨੂੰ ਪਿਤਾ ਤੇ ਮਾਤਾ ਜੀ ਦੁਨੀਆ ਭਰ ਵਿੱਚ ਅੰਜਾਮ ਦੇ ਰਹੇ ਹਨ। 또 동참해서 ਪ੍ਰਾਰਥਨਾ ਸਮੇਂ ਦੇ ਦੌਰਾਨ ਮੈਨੂੰ ਆਸ ਹੈ ਕਿ ਸਾਰੇ ਲੋਕ ਪ੍ਰਾਇਚਿਤ ਦੇ ਸੋਹਣੇ ਕੰਮ ਨੂੰ ਅੰਜਾਮ ਦੇਣ ਲਈ ਪੂਰੀ ਕੋਸ਼ਿਸ਼ ਨਾਲ ਪ੍ਰਾਰਥਨਾ ਕਰਨ। 또 많이 이루시고 ਆਓ ਅਸੀਂ ਪਹਿਲੇ ਚਰਚ ਦੇ ਸੰਤਾਂ ਵਾਂਗ ਵਿਸ਼ਵਾਸ ਲਈਏ ਅਤੇ ਆਤਮਾ ਅਤੇ ਲਾੜੀ ਦੀ ਅਗਵਾਈ ਦਾ ਅੰਤ ਤੱਕ ਪਾਲਨ ਕਰਦੇ ਹੋਏ ਸੰਦੀਪਕ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰੀਏ। 까지 따라서 영원한 천국에 이를 수 있는 ਇਸ ਦੇ ਦੁਆਰਾ ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।